ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਨਵੀਂ ਕਹਾਣੀ ਜਿਹਦਾ ਨਾਮ ਹੈ ਕਲਪ ਵ੍ਰਿਕਸ਼। ਇਹ ਕਹਾਣੀ ਮੇਰੇ ਬੜੇ ਹੀ ਅਜ਼ੀਜ਼ ਦੋਸਤ ਸਰਦਾਰ ਪਵਨਦੀਪ ਸਿੰਘ ਜੀ ਜੋ ਲੁਧਿਆਣਾ ਦੇ ਰਹਿਣ ਵਾਲੇ ਨੇ, ਉਹਨਾਂ ਨੇ ਕਿਸੇ ਨੁਕਤੇ ਅਧੀਨ ਮੇਰੇ ਨਾਲ ਸਾਂਝੀ ਕੀਤੀ। ਤਾਂ ਦੋਸਤੋ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਸੌਦਾਗਰ ਹੁੰਦਾ ਸੀ। ਉਹਨੂੰ ਆਪਣੀਆਂ ਚੀਜ਼ਾਂ ਨੂੰ ਵੇਚਣ ਲਈ ਕਿਸੇ ਦੂਰ ਦੁਰਾਡੇ ਪਿੰਡ ਸ਼ਹਿਰ ਦੇ ਵਿੱਚ ਲਗਾਤਾਰ ਜਾਣਾ ਪੈਂਦਾ ਸੀ। ਤੇ ਪੁਰਾਣੇ ਸਮੇਂ ਦੀ ਗੱਲ ਹੋਣ ਕਰਕੇ ਉਸ ਟਾਈਮ ਆਪਣਾ ਕਾਫੀ ਦੇਰ ਤੱਕ ਲੋਕ ਜਿਹੜੇ ਤੁਰ ਫਿਰ ਕੇ ਜਾਂ ਪੈਦਲ ਹੀ ਇਹ ਚੀਜ਼ ਦੇ ਵਿੱਚ ਜਾਂਦੇ ਸੀ, ਜਾਂ ਜੰਗਲਾਂ ਵਿੱਚੋਂ ਉਹਨਾਂ ਨੂੰ ਲੰਘ ਕੇ ਕਿਸੇ ਦੂਰ ਦੁਰਾਡੇ ਦੇਸ਼ ਜਾਂ ਦੂਰ ਦਰਾਜੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ। ਤਾਂ ਉਹ ਸੁਦਾਗਰ ਇੱਕ ਦਿਨ ਆਪਣੇ ਪਿੰਡੋਂ ਚੱਲਿਆ ਤੇ ਰਸਤੇ ਦੇ ਵਿੱਚ ਉਹ ਜਾਂਦਾ ਜਾਂਦਾ ਕਿਸੇ ਵ੍ਰਿਕਸ਼ ਦੇ ਥੱਲੇ ਆਰਾਮ ਕਰਨ ਲਈ ਕੁਝ ਦੇਰ ਲਈ ਰੁਕਿਆ। ਗਰਮੀ ਜ਼ਿਆਦਾ ਹੋਣ ਕਰਕੇ ਉਹਨੇ ਉਸ ਵ੍ਰਿਕਸ਼ ਦੇ ਥੱਲੇ ਜਦੋਂ ਆਰਾਮ ਕਰਨਾ ਚਾਹਿਆ ਤਾਂ ਉਸਨੂੰ ਇੱਕ ਪਾਣੀ ਦੀ ਤਲਬ ਮਹਿਸੂਸ ਹੋਈ। ਤਾਂ ਉਹਨੇ ਆਪਣੇ ਮਨ 'ਚ ਸੋਚਿਆ ਵੀ ਕਾਸ਼ ਇਸ ਟਾਈਮ ਇੱਥੇ ਬਹੁਤ ਹੀ ਠੰਡਾ ਤੇ ਮਿੱਠਾ ਪਾਣੀ ਮੈਨੂੰ ਕਿਸੇ ਤਰ੍ਹਾਂ ਨਾਲ ਮਿਲ ਜੇ ਤਾਂ ਗੱਲ ਬਣ ਜੇ। ਉਸਦੇ ਇੰਨੇ ਸੋਚਣ ਦੀ ਦੇਰ ਸੀ ਕਿ ਨਾਲ ਦੀ ਨਾਲ ਇੱਕ ਠੰਡੇ ਪਾਣੀ ਦਾ ਜੱਗ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ ਪਾਣੀ ਉੱਥੇ ਮਿਲ ਗਿਆ। ਜਦੋਂ ਉਹਨੂੰ ਇਹ ਚੀਜ਼ ਮਿਲੀ ਉਹਨੂੰ ਬੜੀ ਹੈਰਾਨੀ ਹੋਈ ਵੀ ਯਾਰ ਇਹ ਕਿਸ ਤਰ੍ਹਾਂ ਹੋ ਗਿਆ, ਲੇਕਿਨ ਉਹਨੇ ਉਹ ਪਾਣੀ ਨੂੰ ਗ੍ਰਹਿਣ ਕੀਤਾ। ਪਾਣੀ ਗ੍ਰਹਿਣ ਕਰਨ ਤੋਂ ਬਾਅਦ ਜਦੋਂ ਉਹਦੀ ਪਿਆਸ ਬੁਝ ਗਈ ਤਾਂ ਉਹਦੇ ਅਗਲੇ ਮਨ ਦੇ ਵਿੱਚ ਵਿਚਾਰ ਆਇਆ ਵੀ ਯਾਰ ਕਿਉਂ ਨਾ ਇਹ ਹੋਵੇ ਕਿ ਮੈਂ ਬੜਾ ਸਵਾਦਿਸ਼ਟ ਭੋਜਨ ਇਸ ਟਾਈਮ ਛਕ ਸਕਾਂ। ਉਹਦੇ ਇੰਨੇ ਸੋਚਣ ਦੀ ਦੇਰ ਸੀ ਕਿ ਇੰਨੀ ਹੀ ਦੇਰ ਨੂੰ ਉਹਨੂੰ ਉਹਦੇ ਕੋਲ ਕਈ ਤਰ੍ਹਾਂ ਦੇ ਪਕਵਾਨ ਲੱਦੀ ਹੋਈ ਇੱਕ ਥਾਲੀ ਉਹਦੇ ਸਾਹਮਣੇ ਪੇਸ਼ ਹੋ ਗਈ। ਉਹ ਇਸ ਦੇਖ ਕੇ ਹੋਰ ਜ਼ਿਆਦਾ ਹੈਰਾਨ ਹੋਇਆ ਕਿ ਇਹ ਕੀ ਹੋ ਰਿਹਾ ਕਿ ਮੈਂ ਸੋਚਿਆ ਤੇ ਇਹ ਚੀਜ਼ ਹੋ ਗਈ। ਉਹਦੀ ਥਾਲੀ, ਚਲੋ ਉਹ ਆਸੇ-ਪਾਸੇ ਦੇਖਿਆ, ਕੋਈ ਆਸੇ-ਪਾਸੇ ਵੀ ਨਹੀਂ ਸੀ। ਉਹਨੂੰ ਇਹ ਚੀਜ਼ ਦੇਖ ਕੇ ਹੈਰਾਨੀ ਹੁੰਦੇ ਹੋਏ ਲੇਕਿਨ ਉਹਨੇ ਫਿਰ ਵੀ ਭੋਜਨ ਨੂੰ ਗ੍ਰਹਿਣ ਕੀਤਾ। ਜਦੋਂ ਉਹਨੇ ਭੋਜਨ ਗ੍ਰਹਿਣ ਕੀਤਾ ਤਾਂ ਉਹਦੇ ਮਨ ਦੇ ਵਿੱਚ ਨਾਲ ਦੀ ਨਾਲ ਦੁਪਹਿਰਾ ਹੋਣ ਕਰਕੇ, ਗਰਮੀ ਹੋਣ ਕਰਕੇ ਜਦੋਂ ਉਹਨੇ ਪ੍ਰਸ਼ਾਦਾ ਛਕਿਆ ਉਹਨੂੰ ਨੀਂਦ ਦਾ ਆਭਾਸ ਹੋਇਆ। ਤਾਂ ਉਹਨੇ ਦਰਖਤ ਦੇ ਥੱਲੇ ਹੀ ਜੜ੍ਹਾਂ ਦੇ ਵਿੱਚ ਸੌਣ ਦੀ, ਆਰਾਮ ਕਰਨ ਦੀ ਕੋਸ਼ਿਸ਼ ਸੋਚਿਆ ਕਿ ਇੱਥੇ ਕਿਉਂ ਨਾ ਆਰਾਮ ਕੀਤਾ ਜਾਵੇ। ਪਰ ਸੋਚਦੇ ਉਹ ਕਹਿੰਦਾ ਵੀ ਕਾਸ਼ ਜੇ ਹੁਣ ਪਾਣੀ ਵੀ ਮਿਲ ਗਿਆ, ਭੋਜਨ ਵੀ ਮਿਲ ਗਿਆ ਤਾਂ ਕਿਉਂ ਨਾ ਐਵੇਂ ਹੋਵੇ ਕਿ ਇੱਥੇ ਇੱਕ ਪਲੰਘ ਲੱਗਾ ਹੋਵੇ ਤੇ ਮੈਂ ਇਹਦੀ ਠੰਡੀ ਛਾਂ ਦੇ ਹੇਠ ਆਰਾਮ ਨਾਲ ਕੁਝ ਦੇਰ ਸੌਂ ਸਕਾਂ। ਉਹਦੇ ਇੰਨੇ ਸੋਚਣ ਦੀ ਦੇਰ ਸੀ ਉੱਥੇ ਇੱਕ ਪਲੰਘ ਮੌਜੂਦ ਹੋ ਗਿਆ। ਉਹ ਚੀਜ਼ ਤੋਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਉਹਨੇ ਆਸੇ-ਪਾਸੇ ਵੀ ਮੁੜ ਕੇ ਦੇਖਿਆ ਕਿ ਇਹ ਕੀ ਹੋ ਰਿਹਾ ਮੇਰੇ ਨਾਲ, ਵੀ ਜੋ ਸੋਚ ਰਿਹਾ ਉਹੀ ਹੋਈ ਜਾ ਰਿਹਾ। ਲੇਕਿਨ ਉਹ ਕਰਦਾ ਕਰਾਂਦਾ ਪਲੰਘ ਦੇ ਉੱਪਰ ਬੈਠ ਕੇ ਜਦੋਂ ਉਹਦੇ ਉੱਤੇ ਆਰਾਮ ਕਰਨ ਲਈ ਲੇਟਿਆ ਤਾਂ ਇੰਨੀ ਦੇਰ ਦੇ ਵਿੱਚ ਉਹਦੀ ਨਿਗਾਹ ਉੱਪਰ ਪੇੜ ਵੱਲ ਪਈ। ਜਦੋਂ ਉਹਦੀਆਂ ਰੀਝਾਂ ਜੋ ਉਹ ਮਨ 'ਚ ਸੋਚ ਰਿਹਾ ਸੀ ਪੂਰੀਆਂ ਹੋ ਰਹੀਆਂ ਸੀ ਤਾਂ ਉਹਦੇ ਮਨ 'ਚ ਆਇਆ ਵੀ ਕਿਉਂ ਨਾ ਹੋਵੇ ਕਿਤੇ ਇਹ ਜਿਹੜਾ ਦਰਖਤ ਹੈ ਕਿਤੇ ਕਲਪ ਵ੍ਰਿਕਸ਼ ਤਾਂ ਨਹੀਂ। ਦੋਸਤੋ ਕਲਪ ਵ੍ਰਿਕਸ਼ ਉਹ ਵ੍ਰਿਕਸ਼ ਹੈ ਜੋ ਸਾਡੇ ਤੁਹਾਨੂੰ ਜੇ ਕਿਸੇ ਨੂੰ ਉਸ ਚੀਜ਼ ਬਾਰੇ ਪਤਾ ਹੋਵੇ ਤਾਂ ਕਲਪ ਵ੍ਰਿਕਸ਼ ਨੂੰ ਮੰਨਿਆ ਜਾਂਦਾ ਹੈ ਕਿ ਜਦੋਂ ਅਸੁਰ ਅਤੇ ਦੇਵਤਾ ਨੇ ਸਾਗਰ ਮੰਥਨ ਕੀਤਾ ਸੀ ਤਾਂ ਉਸ ਸਮੇਂ ਦੇ ਦੌਰਾਨ ਕਾਮਧੇਨੂ ਜਿਹੜੀ ਗਊ ਸੀ ਉਹਦੇ ਨਾਲ ਇਹ ਵ੍ਰਿਕਸ਼ ਵੀ ਉਤਪੰਨ ਹੋਇਆ ਸੀ, ਜਿਹਨੂੰ ਕਿ ਉਸ ਟਾਈਮ ਧਰਤੀ ਦੇ ਉੱਤੇ ਲਿਆਂਦਾ ਗਿਆ ਸੀ। ਤਾਂ ਕਲਪ ਵ੍ਰਿਕਸ਼ ਦੀ ਖਾਸੀਅਤ ਇਹ ਹੁੰਦੀ ਹੈ ਕਿ ਜੋ ਵੀ ਉਹਦੇ ਥੱਲੇ ਉਹਦੀ ਇੱਛਾ, ਜੋ ਵੀ ਕੋਈ ਇਨਸਾਨ ਉਹਦੇ ਥੱਲੇ ਜਾ ਕੇ ਕੋਈ ਵੀ ਇੱਛਾ ਕਰਦਾ ਹੈ ਤਾਂ ਇੱਛਾ ਪੂਰੀ ਉਸੇ ਤੁਰੰਤ ਪੂਰੀ ਹੁੰਦੀ ਹੈ। ਤਾਂ ਉਹਦੇ ਮਨ ਦੇ ਵਿੱਚ, ਇਹ ਖਿਆਲਾਂ ਦੇ ਵਿੱਚ ਉਹ ਕਰਦਾ ਹੋਇਆ ਬੜੇ ਆਰਾਮ ਦੇ ਨਾਲ ਸੌਂ ਗਿਆ। ਜਦੋਂ ਉਹ ਇੰਨੀ ਦੇਰ ਨੂੰ ਕੀ ਹੋਇਆ ਵੀ ਥੋੜੀ ਦੇਰ ਤੱਕ ਉਹ ਆਪਣਾ ਸੌਂ ਰਿਹਾ ਸੀ ਤਾਂ ਕੁਝ ਹਵਾ ਦੇ ਬੁੱਲੇ ਦੇ ਨਾਲ ਪੱਤੇ ਹਿੱਲੇ। ਪੱਤੇ ਹਿੱਲਣ ਦੇ ਨਾਲ ਉਸ ਬੰਦੇ ਦੀ ਜਾਗ ਖੁੱਲੀ ਤਾਂ ਉਹ ਇੱਕਦਮ ਤਰਬਕ ਕੇ ਉੱਠਿਆ। ਉਹਨੂੰ ਲੱਗਿਆ ਕਿ ਕਿਤੇ ਇਹ ਤਾਂ ਨਹੀਂ ਵੀ ਕੋਈ ਸ਼ੇਰ ਆ ਗਿਆ ਹੋਵੇ। ਜੰਗਲ ਦਾ ਟਾਈਮ ਸੀ, ਜੰਗਲ 'ਚ ਸੀ ਉਹ, ਤੇ ਉਹਨੂੰ ਲੱਗਿਆ ਕਿ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਕਿਤੇ ਸ਼ੇਰ ਆ ਗਿਆ ਤੇ ਜੇ ਸ਼ੇਰ ਆ ਗਿਆ ਤਾਂ ਮੈਨੂੰ ਖਾ ਨਾ ਜਾਵੇ। ਜਦੋਂ ਉਹਦੇ ਮਨ 'ਚ ਇਹ ਵਿਚਾਰ ਆਇਆ ਤਾਂ ਨਾਲ ਦੀ ਨਾਲ ਹੀ ਉੱਥੇ ਸ਼ੇਰ ਆਇਆ ਜੋ ਕਿ ਉਹਨੂੰ ਖਾ ਗਿਆ ਤੇ ਉਹਦੀ ਪ੍ਰਾਣਾਂ ਦਾ ਪਖੇਰੂ ਉੜ ਗਏ ਤੇ ਉਹਦਾ ਅੰਤ ਹੋ ਗਿਆ। ਉਸ ਸੌਦਾਗਰ ਨੂੰ ਜਦੋਂ ਉਹਦਾ ਸਰੀਰ ਦੇ ਵਿੱਚੋਂ ਉਹਦੀ ਆਤਮਾ ਬਾਹਰ ਨਿਕਲੀ ਤਾਂ ਉਹਦੇ ਮਨ ਦੇ ਵਿੱਚ ਬੜਾ ਗੁੱਸਾ, ਬੜਾ ਦਵੇਸ਼ ਸੀ। ਉਹ ਇਹੀ ਸੋਚਦਾ ਉਹਦੀ ਰੂਹ ਜਦੋਂ ਉੱਪਰ ਪਰਮਾਤਮਾ ਦੇ ਕੋਲ ਪਹੁੰਚੀ ਤਾਂ ਉਹਨੇ ਪਰਮਾਤਮਾ ਦੇ ਕੋਲ ਜਾ ਕੇ ਇਸ ਚੀਜ਼ ਦਾ ਬੜਾ ਗਿਲਾ ਕੀਤਾ। ਉਹਨੇ ਰੱਬ ਨੂੰ ਕਿਹਾ ਵੀ ਪਰਮਾਤਮਾ ਤੁਸੀਂ ਇਹ ਦੱਸੋ ਵੀ ਮੇਰਾ ਇਹਦੇ ਵਿੱਚ ਕੀ ਕਸੂਰ ਹੈ। ਜੇ ਮੈਂ ਕਲਪ ਵ੍ਰਿਕਸ਼ ਦੇ ਥੱਲੇ ਸੀ, ਮੈਂ ਸੋਚਿਆ ਤੇ ਤੁਸੀਂ ਮੇਰੀ ਸੋਚ ਕਰਕੇ ਮੈਂ ਅੱਜ ਮਾਰਿਆ ਗਿਆ, ਇਹ ਤਾਂ ਬੜੀ ਗਲਤ ਗੱਲ ਹੈ, ਇਹ ਤਾਂ ਮੇਰੇ ਨਾਲ ਨਿਆਂ ਨਹੀਂ ਹੋ ਰਿਹਾ। ਤਾਂ ਪਰਮਾਤਮਾ ਨੇ ਇੱਕ ਬੜੀ ਵਧੀਆ ਉਹਨੂੰ ਇੱਕ ਗੱਲ ਕਹੀ। ਉਹ ਕਹਿੰਦੇ ਬੇਟਾ ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਹਾਨੂੰ ਪਕਵਾਨ ਮਿਲੇ, ਜਦੋਂ ਤੁਹਾਨੂੰ ਸੋਹਣਾ ਬੈੱਡ ਮਿਲਿਆ,
ਜਦੋਂ ਤੁਹਾਨੂੰ ਪਾਣੀ ਮਿਲਿਆ ਉਹ ਵੀ ਤਾਂ ਤੁਸੀਂ ਹੀ ਸੋਚਿਆ ਸੀ। ਤਾਂ ਹੁਣ ਜੇ ਤੁਸੀਂ ਉਸ ਟਾਈਮ ਸ਼ੇਰ ਸੋਚਿਆ ਤਾਂ ਮੌਤ ਸੋਚੀ ਤਾਂ ਉਹ ਵੀ ਤੁਸੀਂ ਹੀ ਸੋਚੀ ਸੀ। ਇਹਦੇ ਵਿੱਚ ਉਸ ਵ੍ਰਿਕਸ਼ ਦਾ ਕੀ ਕਸੂਰ ਹੈ? ਪਰ ਸੁਦਾਗਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਹਨੂੰ ਇਹ ਲੱਗ ਰਿਹਾ ਸੀ ਕਿ ਇਹ ਸਾਰਾ ਕੁਝ ਸਿਰਫ ਉਸ ਵ੍ਰਿਕਸ਼ ਕਰਕੇ ਹੋਇਆ। ਜੇ ਉਹ ਵ੍ਰਿਕਸ਼ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਮਰਦਾ ਨਾ। ਤਾਂ ਉਸ ਪਰਮਾਤਮਾ ਨੇ ਉਹਨੂੰ ਕਿਹਾ ਕਿ ਠੀਕ ਹੈ ਬੇਟਾ, ਤੁਸੀਂ ਇਹ ਗੱਲ ਕਹਿੰਦੇ ਹੋ। ਉਹਨੇ ਕਿਹਾ ਵੀ ਨਹੀਂ ਜੀ, ਇਹ ਕਲਪ ਵ੍ਰਿਕਸ਼ ਹੋਣਾ ਨਹੀਂ ਚਾਹੀਦਾ। ਕਿਸੇ ਵੀ ਬੰਦੇ ਦੀ ਸੋਚ ਉਸੇ ਟਾਈਮ ਪੂਰੀ ਨਹੀਂ ਹੋਣੀ ਚਾਹੀਦੀ। ਪਰਮਾਤਮਾ ਨੇ ਕਿਹਾ ਵੀ ਠੀਕ ਹੈ, ਤੁਹਾਡੀ ਇਹ ਗੱਲ ਨੂੰ ਮੰਨਦੇ ਹੋਏ ਅਸੀਂ ਅੱਜ ਤੋਂ ਬਾਅਦ ਕਿਸੇ ਵੀ ਇਨਸਾਨ ਦੀ ਜਿਹੜੀ ਸੋਚ ਆ ਉਸੇ ਟਾਈਮ ਪੂਰੀ ਨਹੀਂ ਹੋਏਗੀ, ਲੇਕਿਨ ਸੋਚ ਹੈ ਇਹ ਕਦੇ ਨਾ ਕਦੇ ਤਾਂ ਪੂਰੀ ਹੋਣੀ ਹੈ। ਤਾਂ ਇਸ ਕਰਕੇ ਮੈਂ ਇਸ ਕਲਪ ਵ੍ਰਿਕਸ਼ ਤੋਂ ਇਹਨੂੰ ਧਰਤੀ ਤੋਂ ਹਟਾਣਾ। ਤਾਂ ਇਹ ਮੰਨਿਆ ਜਾਂਦਾ ਹੈ ਕਿ ਇੰਦਰ ਦੇਵਤਾ ਉਸ ਕਲਪ ਵ੍ਰਿਕਸ਼ ਨੂੰ ਉਠਾ ਕੇ ਉੱਪਰ ਸਵਰਗ ਦੇ ਵਿੱਚ ਲੈ ਗਏ ਸਨ। ਤਾਂ ਇਸ ਕਹਾਣੀ ਤੋਂ ਜਦੋਂ ਅਸੀਂ ਥੋੜਾ ਜਿਹਾ ਆਪਣੇ ਦਿਮਾਗ ਤੇ ਜ਼ੋਰ ਪਾਈਏ ਤਾਂ ਮੈਨੂੰ ਇੱਕ ਗੱਲ ਸੋਚ ਕੇ ਦੱਸਿਓ, ਦਿਲੋਂ ਦੱਸਿਓ ਵੀ ਜਿੱਥੇ ਤੁਸੀਂ ਅੱਜ ਕਿਤੇ ਪਹੁੰਚੇ ਹੋਏ ਹੋ, ਜ਼ਿੰਦਗੀ ਦੇ ਜਿਹੜੇ ਵੀ ਪੜਾਅ ਦੇ ਵਿੱਚ ਤੁਸੀਂ ਹੋ, ਇਹ ਕਿਤੇ ਤੁਸੀਂ ਕਿਸੇ ਨਾ ਕਿਸੇ ਵੇਲੇ ਜ਼ਿੰਦਗੀ 'ਚ ਸੋਚਿਆ ਤਾਂ ਨਹੀਂ ਸੀ। ਪਰ ਹਾਂ, ਇਹ ਵੀ ਗੱਲ ਹੈ ਉਸ ਸੁਦਾਗਰ ਦੀ ਤਰ੍ਹਾਂ, ਜਦੋਂ ਤੁਸੀਂ ਇਹ ਚੀਜ਼ ਸੋਚੋਗੇ ਕਿ ਜੋ ਮੇਰੇ ਨਾਲ ਹੋ ਰਿਹਾ, ਜੋ ਮੇਰੇ ਨਾਲ ਚੰਗਾ ਹੋ ਰਿਹਾ, ਉਹ ਤਾਂ ਮੇਰਾ ਸੋਚਿਆ ਹੋਇਆ, ਲੇਕਿਨ ਜੋ ਮੇਰੀ ਜ਼ਿੰਦਗੀ 'ਚ ਮਾੜਾ ਹੋਇਆ ਉਹ ਮੈਂ ਨਹੀਂ ਸੋਚ ਸਕਦਾ। ਮੈਂ ਆਪਣਾ ਮਾੜਾ ਕਿਵੇਂ ਸੋਚ ਸਕਦਾ? ਪਰ ਦੋਸਤੋ, ਇਹ ਗੱਲ ਯਾਦ ਰੱਖਣਾ ਵੀ ਜੇ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਇਆ ਉਹ ਵੀ ਮੇਰਾ, ਜੇ ਕੁਝ ਮੇਰੇ ਨਾਲ ਮਾੜਾ ਹੋਇਆ ਉਹ ਵੀ ਮੇਰੇ ਕਰਕੇ ਹੋ ਰਿਹਾ। ਇਸੇ ਕਨਸੈਪਟ ਨੂੰ ਸਮਝਦੇ ਹੋਏ ਅੱਜ ਦੀ ਡੇਟ ਦੇ ਵਿੱਚ ਇਹਨੂੰ ਪੋਜ਼ਿਟਿਵ ਥਿੰਕਿੰਗ ਤੇ ਨੈਗੇਟਿਵ ਥਿੰਕਿੰਗ ਦਾ ਨਾਮ ਦਿੱਤਾ ਜਾਂਦਾ ਹੈ। ਇਹ ਪੋਜ਼ਿਟਿਵ ਥਿੰਕਿੰਗ ਕੀ ਹੈ? ਇਹ ਕਿਉਂ ਹੁੰਦੀ ਹੈ? ਜਾਂ ਕੋਈ ਬੰਦਾ ਮਾੜੇ ਵਿਚਾਰ ਕਿਉਂ ਕਰਦਾ ਹੈ? ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਆਪਣਾ ਰੀਸੈਂਟ ਸੈਸ਼ਨ 16 ਤਰੀਕ ਨੂੰ ਲੈ ਕੇ ਆ ਰਹੇ ਹਾਂ। ਰਾਜਸ਼੍ਰੀ ਪੰਸੇ ਜੀ ਦੇ ਨਾਲ ਸਾਡਾ ਇਹ ਸੈਸ਼ਨ ਹੈ। ਤਾਂ ਹੋ ਸਕੇ ਤਾਂ ਇਸ ਸੈਸ਼ਨ ਨੂੰ ਜ਼ਰੂਰ ਜੁਆਇਨ ਕਰਨਾ ਤੇ ਅਸੀਂ ਉਸ ਦੇ ਵਿੱਚ ਇਸੇ ਗੱਲਾਂ ਬਾਰੇ ਥੋੜਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਸਾਨੂੰ ਚੰਗੇ ਤੇ ਮਾੜੇ ਵਿਚਾਰ ਕਿਉਂ ਆਉਂਦੇ ਨੇ, ਤੇ ਜੇ ਚੰਗਾ ਹੋ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਉਹ ਮੇਰੇ ਕਰਕੇ ਹੋ ਰਿਹਾ ਜਾਂ ਕਿਸੇ ਹੋਰ ਕਰਕੇ। ਤੇ ਕਿਤੇ ਮੈਂ ਉਹ ਸੁਦਾਗਰ ਦੀ ਤਰ੍ਹਾਂ ਚੰਗਾ, ਜੇ ਮੈਨੂੰ ਪਾਣੀ ਮਿਲ ਗਿਆ, ਜੇ ਮੈਨੂੰ ਭੋਜਨ ਮਿਲ ਗਿਆ, ਜਾਂ ਮੈਨੂੰ ਪਲੰਗ ਮਿਲ ਗਿਆ ਸੌਣ ਨੂੰ, ਜੇ ਮੇਰੀ ਜ਼ਿੰਦਗੀ 'ਚ ਕੁਝ ਚੰਗਾ ਹੋ ਗਿਆ ਇਹ ਤਾਂ ਮੇਰੇ ਕਰਕੇ ਹੋਇਆ, ਤੇ ਜੇ ਮੇਰੇ ਨਾਲ ਕੁਝ ਮਾੜਾ ਹੋਇਆ ਇਹ ਕਿਸੇ ਹੋਰ ਕਰਕੇ ਹੋਇਆ। ਤੇ ਦੋਸਤੋ, ਤੁਸੀਂ ਜ਼ਿੰਦਗੀ ਦੇ ਵਿੱਚ ਹਰ ਪਲ ਹਰ क्षण ਆਪਣੀ ਮਾੜੀ ਜ਼ਿੰਦਗੀ ਦੇ ਕਿਸੇ ਵੀ ਅਹਿਸਾਸ ਦਾ ਭਾਂਡਾ ਦੂਜਿਆਂ ਤੇ ਲਗਾਤਾਰ ਭੰਨਦੇ ਹੋ। ਇਸ ਤੇ ਜ਼ਰਾ ਸੋਚਿਓ, ਗੌਰ ਫਰਮਾਇਓ, ਤੇ ਹੋ ਸਕੇ ਤਾਂ ਸਾਡਾ ਡੀਅਰ ਜ਼ਿੰਦਗੀ ਲਾਈਫ ਤੇ 16 ਤਰੀਕ ਨੂੰ ਆਉਣ ਵਾਲਾ ਸੈਸ਼ਨ ਪੋਜ਼ਿਟਿਵ ਥਿੰਕਿੰਗ, ਸੈਸ਼ਨ ਔਨ ਪੋਜ਼ਿਟਿਵ ਥਿੰਕਿੰਗ ਜ਼ਰੂਰ ਜੁਆਇਨ ਕਰਿਓ। ਧੰਨਵਾਦ।